ਇੱਕ ਓੰਕਾਰ ਸਤ ਗੁਰ ਪ੍ਰਸਾਦਿ ਵਿਸਰ ਨਹੀਂ ਦਾਤਾ ਆਪਣਾ ਨਾਮ ਦੇਹੋ ਗੁਣੀ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਆਪਾਂ ਗੁਰ ਕਿਰਪਾ ਦੁਆਰਾ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਜਿਵੇਂ ਕੱਲ ਦੀ ਜੋ ਵਿਚਾਰ ਸੀ ਆਪਾਂ ਪਿੱਛੇ ਕੀਤੀ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਉਸ ਤੋਂ ਜਿਹੜਾ ਅਗਲਾ ਵਚਨ ਹੈ, ਪਾਤਸ਼ਾਹ ਕਹਿੰਦੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਜਦੋਂ ਪਾਤਸ਼ਾਹ ਨੇ ਇਹਨਾਂ ਬਚਨਾਂ ਦਾ ਵਿਖਿਆਨ ਕੀਤਾ ਉਸ ਧਾਰਮਿਕ ਆਗੂਆਂ ਦੇ ਨਾਲ ਕਿ ਜਿਹੜੀਆਂ ਤੁਹਾਡੀਆਂ ਮਨ ਦੀਆਂ ਬਣਾਈਆਂ ਹੋਈਆਂ ਮੱਤਾਂ ਨੇ, ਉਹਨਾਂ ਦੇ ਵਿੱਚੋਂ ਸਿਰਫ ਭਰਮ ਦੀ ਪ੍ਰਾਪਤੀ ਹੈ, ਸੁਗਿਆਨ ਦੀ ਨਹੀਂ। ਤਾਂ ਉਹਨਾਂ ਮੱਤਾਂ ਦੇ ਜਿਹੜੇ ਸ਼ੁੱਧ ਜਾਣਕਾਰੀ ਲੈਣ ਵਾਲੇ ਇੱਛੁਕ ਸਨ ਵਾ ਸਿਖਿਆਰਥੀ ਸਨ, ਉਹਨਾਂ ਨੇ ਫਿਰ ਪਾਤਸ਼ਾਹ ਨੂੰ ਇਹ ਬੇਨਤੀ ਵਾ ਸਵਾਲ ਕੀਤਾ, ਫਿਰ ਤੁਸੀਂ ਇਹ ਦੱਸੋ ਵੀ ਫਿਰ ਅਸੀਂ ਇਸ ਭਰਮ ਗਿਆਨ ਦੇ ਵਿੱਚੋਂ ਕਿਵੇਂ ਨਿਕਲ ਸਕਦੇ, ਕਿਵੇਂ ਸ਼ੁੱਧ ਹੋ ਸਕਦੇ, ਕਿਵ ਸਚਿਆਰਾ ਹੋਈ ਹੈ, ਭਾਵ ਕਿ ਅਸੀਂ ਕਿਵੇਂ ਸੁੱਚੇ ਹੋ ਸਕਦੇ, ਕਿਵੇਂ ਸਾਡੇ ਅੰਦਰੋਂ ਇਹ ਜਿਹੜੀ ਭਰਮ ਦੀ ਪਾਲ ਹੈ ਇਹ ਟੁੱਟ ਸਕਦੀ ਹੈ। ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇੰਨੀ ਸੋਝੀ ਪ੍ਰਾਪਤ ਹੋ ਜਾਣੀ ਕਿ ਅਸੀਂ ਤਾਂ ਝੂਠੇ ਹਾਂ। ਸਾਡੇ ਅੰਦਰ ਦਾ ਭਰਮ ਦੀ ਕੰਧ ਹੈ, ਹਉਮੈ ਦੀ ਪਾਲ ਹੈ। ਇਹ ਵੀ ਹਰ ਕੋਈ ਨਹੀਂ ਕਹਿ ਸਕਦਾ, ਇਹ ਵੀ ਉਹੀ ਜੀਵ ਕਹਿ ਸਕਦਾ ਜਿਹਦੇ ਅੰਦਰ ਵਾਕਿਆ ਹੀ ਇਸ ਗੱਲ ਦੀ ਸੋਝੀ ਆ ਜਾਵੇ ਕਿ ਸਵੈਮ ਮੈਂ ਆਪ ਕੀ ਹਾਂ। ਕਿਉਂਕਿ ਜਿੰਨਾ ਚਿਰ ਸਵੈਮ ਆਪਣੇ ਆਪੇ ਨੂੰ ਨਹੀਂ ਜਾਣਿਆ ਜਾਂਦਾ, ਉਨਾ ਚਿਰ ਪ੍ਰਾਪਤੀ ਦਾ ਦਰਵਾਜ਼ਾ ਨਹੀਂ ਖੁੱਲ੍ਹਦਾ, ਪ੍ਰਾਪਤੀ ਬਾਰੇ ਸੋਝੀ ਨਹੀਂ ਆਉਂਦੀ। ਭਗਤ ਸਾਹਿਬਾਨਾਂ ਨੇ ਪਾਤਸ਼ਾਹੀਆਂ ਨੇ ਉਪਦੇਸ਼ ਤਾਂ ਬਹੁਤ ਨੂੰ ਦਿੱਤਾ, ਪਰ ਸਾਰਿਆਂ ਨੇ ਉਸ ਉਪਦੇਸ਼ ਨੂੰ ਸਵੀਕਾਰ ਨਹੀਂ ਕੀਤਾ, ਸੁਣਿਆ ਜ਼ਰੂਰ ਹੈ। ਜਿਵੇਂ ਹੇ ਮੇਰੇ ਮਨਾ ਤੂੰ ਅੱਜ ਗੁਰਬਾਣੀ ਨੂੰ ਸੁਣਦਾ ਤਾਂ ਹੈ, ਪਰ ਗੁਰਬਾਣੀ ਨੂੰ ਸਵੀਕਾਰ ਨਹੀਂ ਕਰਦਾ। ਸੁਣ ਲੈਣਾ ਹੋਰ ਗੱਲ ਹੈ, ਸਵੀਕਾਰ ਕਰ ਲੈਣਾ ਹੋਰ ਗੱਲ ਹੈ। ਸੋ ਪਾਤਸ਼ਾਹ ਕਹਿੰਦੇ ਵੀ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਹ ਸਵਾਲ ਕੀਤਾ। ਸੋ ਪਾਤਸ਼ਾਹ ਨੇ ਆਪ ਵੀ ਆਪਣੇ ਅੰਦਰੋਂ ਇਹ ਸਵਾਲ ਠਾਲਿਆ ਹੋ ਸਕਦਾ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਕਿ ਮੈਂ ਕਿਵੇਂ ਸਚਿਆਰਾ ਹੋਵਾਂ, ਕਿਵੇਂ ਮੈਂ ਸ਼ੁੱਧ ਹੋਵਾਂ, ਜਿਹੜੀ ਮੇਰੇ ਅੰਦਰ ਭਰਮ ਦੀ ਕੰਧ ਹੈ, ਪਾਲ ਹੈ, ਉਹ ਕਿਵੇਂ ਟੁੱਟੇ। ਤਾਂ ਫਿਰ ਪਰਮੇਸ਼ਰ ਵੱਲੋਂ ਆਰਡਰ ਆਉਂਦਾ ਹੈ, ਫੁਰਮਾਨ ਆਉਂਦਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਹੇ ਨਾਨਕ ਤੇਰੇ ਹਿਰਦੇ ਦੇ ਅੰਦਰ ਉਹ ਹੁਕਮ ਹੈ। ਹੁਕਮ ਮੰਮੇ ਨੂੰ ਸਿਹਾਰੀ ਆ, ਹੁਕਮ ਵਿੱਚ ਹੁਕਮ ਹੈਗਾ। ਇਹ ਨਹੀਂ ਕਿ ਗੱਲ ਕਿ ਹੁਕਮ ਬਾਹਰੋਂ ਕਿਤੋਂ ਆਊਗਾ, ਹੁਕਮ ਹਿਰਦੇ ਵਿੱਚ ਲਗਾਤਾਰ ਚੱਲ ਰਿਹਾ। ਉਹ ਰਜਾਈ ਦਾ ਹੁਕਮ ਹੈ, ਉਹ ਪਰਮੇਸ਼ਰ ਦਾ ਹੁਕਮ ਹੈ, ਉਹਦੇ ਵਿੱਚ ਚੱਲਣਾ। ਇਸੇ ਕਰਕੇ ਜਿਹੜੇ ਦੋ ਭਾਣੇ ਚੱਲਦੇ ਆ, ਦੋ ਹੁਕਮ ਚੱਲਦੇ, ਇੱਕ ਜੀਵ ਦਾ ਖੁਦ ਆਪਣਾ ਹੁਕਮ ਵੀ ਹੈ। ਹੁਕਮ ਹੀ ਟਕਰਾਉਂਦਾ ਹੈ, ਭਾਵੇਂ ਇਹਦੇ ਵਿੱਚ ਐਡੀ ਸਮਰੱਥਾ ਨਹੀਂ ਕਿ ਉਸ ਹੁਕਮ ਨੂੰ ਬਦਲ ਦੇਵੇ,
ਪਰ ਟਕਰਾਉਣ ਦੀ ਸਮਰੱਥਾ ਹੈ। ਜਿਵੇਂ ਇੱਕ ਮੱਛਰ ਜਾਂ ਇੱਕ ਮੱਖੀ ਕਿਸੇ ਗੱਡੀ ਨੂੰ ਰੋਕਣ ਲਈ ਕੋਸ਼ਿਸ਼ ਕਰੇ ਤੇ ਉਹਦੇ ਵਿੱਚ ਟਕਰਾਵੇ ਜਾ ਕੇ, ਉਹ ਗੱਡੀ ਨੂੰ ਰੋਕ ਨਹੀਂ ਸਕਦਾ, ਪਰ ਟਕਰਾਉਣ ਦੀ ਇੱਛਾ ਰੱਖਦਾ ਹੈ। ਇਸੇ ਤਰ੍ਹਾਂ ਹੀ ਹੇ ਮੇਰੇ ਮਨਾ, ਤੂੰ ਆਪਣੇ ਅੰਦਰੋਂ ਉਸ ਭਾਣੇ ਦੇ ਉਲਟ ਇੱਛਾ ਜ਼ਰੂਰ ਰੱਖਦਾ ਹੈ। ਵਰਤਣਾ ਭਾਣਾ ਹੀ ਹੈ, ਪਰ ਤੇਰੀ ਇੱਛਾ ਹੀ ਤੇਰਾ ਇੱਕ ਗੁਨਾਹ ਬਣ ਜਾਂਦਾ ਹੈ। ਉਸੇ ਗੱਲ ਨੂੰ ਪਾਤਸ਼ਾਹ ਕਹਿੰਦੇ ਵੀ ਜੇ ਸੁਚਿਆਰੇ ਹੋਣੇ ਚਾਹੁੰਦੇ ਹਾਂ, ਤੇ ਜਾਂ ਜਿੰਨੇ ਵੀ ਹੁਣ ਤੱਕ ਸੁਚਿਆਰੇ ਹੋਏ ਨੇ, ਜਿਨ੍ਹਾਂ ਦੇ ਅੰਦਰੋਂ ਪਾਲ ਜਿਹੜੀ ਕੂੜ ਦੀ ਸੀ, ਅਗਿਆਨਤਾ ਦੀ ਕੰਧ ਸੀ, ਅਗਿਆਨਤਾ ਦੀ ਭੀਤ ਸੀ, ਉਹ ਤਾਂ ਟੁੱਟੀ ਹੈ ਜੇ ਉਹ ਹੁਕਮ ਦੇ ਵਿੱਚ ਚੱਲੇ। ਹੁਕਮ ਵਿੱਚ ਚੱਲ ਕੇ ਹੀ ਪ੍ਰਾਪਤੀ ਹੈ, ਹੁਕਮ ਨੂੰ ਸੁਣ ਕੇ ਪ੍ਰਾਪਤੀ ਨਹੀਂ। ਹੁਕਮ ਨੂੰ ਸੁਣ ਲੈਣਾ ਗੱਲ ਚੰਗੀ ਤਾਂ ਹੈ, ਪਰ ਹੁਕਮ ਦੇ ਅਨੁਸਾਰ ਹੋ ਕੇ ਚੱਲ ਪੈਣਾ, ਇਹ ਗੱਲ ਸ੍ਰੇਸ਼ਟਤਾ ਹੀ ਹੈ, ਇਹ ਪ੍ਰਾਪਤੀ ਹੈ। ਜਿਵੇਂ ਪਾਤਸ਼ਾਹ ਕਹਿੰਦੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਬੁਝਾਰਤ ਹੈ, ਇਹ ਬੁੱਝਣੀ ਪੈਂਦੀ ਹੈ। ਹੁਕਮ ਬੂਝ ਪਰਮ ਪਦ ਪਾਈ, ਪਰਮ ਪਦ ਦੀ ਪ੍ਰਾਪਤੀ ਹੈ ਜਦੋਂ ਹੁਕਮ ਬੁੱਝਿਆ ਜਾਂਦਾ। ਭਾਵ ਕਿ ਆਪਣੇ ਆਪੇ ਦੀ ਉਦੋਂ ਪੂਰਨ ਸੋਝੀ ਆ ਜਾਂਦੀ ਹੈ ਕਿ ਮੈਂ ਕੌਣ ਹਾਂ। ਉਨਾ ਚਿਰ ਨਹੀਂ ਆਉਂਦੀ ਜਿੰਨਾ ਚਿਰ ਹੁਕਮ ਬੁੱਝ ਨਹੀਂ ਹੁੰਦਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਪਾਤਸ਼ਾਹ ਕਹਿੰਦੇ ਹੁਕਮ ਦੇ ਵਿੱਚ ਚੱਲਣਾ। ਹੁਕਮ ਹੈ ਰਜਾਈ ਦਾ। ਰਜਾਈ ਕੌਣ ਹੈ? ਸਾਰਾ ਸੱਚਖੰਡ। ਰਜਾ ਵਿੱਚ ਰਹਿਣਾ ਕਿਹਨੇ ਆ? ਆਤਮਾ ਨੇ। ਨਾਨਕ ਲਿਖਿਆ ਨਾਲ। ਨਾਨਕ ਜੀ ਕਹਿੰਦੇ ਕੋਈ ਹੁਕਮ ਬਾਹਰੋਂ ਨਹੀਂ ਤੁਹਾਨੂੰ ਆਉਣਾ, ਬਾਹਰੋਂ ਸਿਰਫ ਤੁਹਾਨੂੰ ਉਪਦੇਸ਼ ਦਿੱਤਾ ਜਾ ਸਕਦਾ ਹੈ, ਬਾਹਰੋਂ ਸਿਰਫ ਤੁਹਾਨੂੰ ਗਿਆਨ ਦਿੱਤਾ ਜਾ ਸਕਦਾ। ਉਹ ਵੀ ਗਾਹਾਂ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਉਸ ਗਿਆਨ ਨੂੰ ਲੈਣਾ ਕਿ ਨਹੀਂ ਲੈਣਾ। ਉਹ ਤੁਹਾਡੇ ਤੇ ਡਿਪੈਂਡ ਹੈ, ਨਿਰਭਰਤਾ ਤੁਹਾਡੀ ਆਪਣੀ ਹੈ ਕਿ ਤੁਸੀਂ ਉਸ ਸੁਗਿਆਨ ਨੂੰ ਲੈਣਾ ਚਾਹੁੰਦੇ ਹੋ ਕਿ ਜਾਂ ਨਹੀਂ ਲੈਣਾ ਚਾਹੁੰਦੇ। ਲਿਖਿਆ ਨਾਲ ਹੈ ਭਾਵ ਕਿ ਜਦੋਂ ਸਾਡੀ ਜੋਤੀ, ਸਾਡਾ ਮੂਲ ਭਵ ਸਾਗਰ ਵਿੱਚ ਆਇਆ, ਸੁਖ ਸਾਗਰ ਦੇ ਵਿੱਚ, ਉਦੋਂ ਹੀ ਇਹਦੇ ਆਪ ਦੇ ਨਾਲ ਉਹ ਹੁਕਮ ਲਿਖਿਆ ਗਿਆ। ਕੀ ਹੁਕਮ ਲਿਖਿਆ ਗਿਆ? ਕਿ ਮਨ ਰੇ ਗੁਰ ਕੇ ਭਾਣੇ ਵਿੱਚ ਚੱਲ। ਇਹ ਉੱਥੋਂ ਲਿਖ ਕੇ ਲਿਆਇਆ ਸੀ, ਨਾਲ ਹੀ ਲਿਖ ਕੇ ਲੈ ਕੇ ਆਇਆ ਵੀ ਮੈਂ ਗੁਰ ਕੇ ਭਾਣੇ ਵਿੱਚ ਚੱਲਣਾ। ਔਰ ਮਨੁੱਖ ਤੋਂ ਬਿਨਾਂ ਜਿੰਨੀਆਂ ਵੀ ਇਹਨੇ ਬਾਕੀ ਸਰੀਰ ਧਾਰੇ, ਉਹ ਸਾਰੇ ਹੀ ਭਾਣੇ ਵਿੱਚ ਚੱਲਦਾ ਹੈ। ਸਿਰਫ ਜਦੋਂ ਇਹਨੂੰ ਮਨੁੱਖਾ ਤਨ ਸਰੀਰ ਮਿਲਦਾ, ਉਦੋਂ ਆ ਕੇ ਇਹ ਭਾਣੇ ਦਾ ਵਿਰੋਧੀ ਹੁੰਦਾ। ਉਦੋਂ ਇਹਨੂੰ ਭਾਣਾ ਚੰਗਾ ਨਹੀਂ ਲੱਗਦਾ। ਵਿਸਰਿਆ ਜਿਨੀ ਨਾਮ, ਉੱਥੇ ਆ ਕੇ ਨਾਮ ਵਿਸਰਦਾ ਇਹ ਮਨੁੱਖਾ ਤਨ ਚ ਆ ਕੇ। ਭੋਏ ਭਾਰਤੀਏ, ਤਾਂ ਹੀ ਹੈ ਮੇਰੇ ਮਨਾ ਤੇਰੇ ਹਿਰਦੇ ਦੇ ਅੰਦਰ ਭੋਏ ਹੁੰਦੀ ਹੈ। ਹਿਰਦਾ ਭਾਰ ਹੁੰਦਾ ਹਉਮੈ ਦਾ। ਚਾਰ ਭਾਰ ਨੇ, ਹਉਮੈ ਮੋਹ ਭਰਮ ਭੈ ਭਾਰ। ਇਹਦੇ ਅੰਦਰ ਭਾਰ ਹੈ, ਤੇਰੇ ਆਪ ਦੇ ਸਵੈਮ ਦੇ ਅੰਦਰ ਭਾਰ ਪੈ ਗਿਆ। ਭਾਵ ਕਿ ਤੂੰ ਜਿਹੜਾ ਸ਼ੁੱਧ ਹੁਕਮ ਸੀ ਉਹਨੂੰ ਰੋਕਣਾ ਚਾਹਿਆ, ਪਰ ਉਹ ਰੁਕਦਾ ਨਹੀਂ ਹੈ। ਉਹਨੂੰ ਨਾ ਮੰਨਣਾ ਹੀ ਰੋਕਣਾ ਹੈ, ਉਹਦੇ ਅੱਗੇ ਆਪਣਾ ਸਵਾਲ ਠਾਲਣਾ ਹੀ ਰੋਕਣਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜੇ ਆਪਣੇ ਭਾਣੇ ਚੱਲੇ ਭਾਈ, ਜੋ ਆਪਣੇ ਭਾਣੇ ਚੱਲੇ ਭਾਈ, ਸੋ ਵਿਛੜ ਚੋਟਾਂ ਖਾ। ਇਹਦਾ ਮਤਲਬ ਆਪਣਾ ਭਾਣਾ ਫਿਰ ਹੈ। ਆਸਾ ਕੀ ਵਾਰ ਵਿੱਚ ਵੀ ਕਹਿੰਦੇ ਆ, ਹੁਕਮ ਕੀਏ ਮਨ ਭਾਵੰਦੇ ਰਾਹ ਭੀੜੇ ਅੱਗੇ ਜਾ ਬਣਾ। ਜਿਹੜੀ ਮਨ ਭਾਉਂਦੀ ਇੱਛਾ ਹੈ, ਹੁਣ ਮਨ ਭਾਉਂਦੀ ਇੱਛਾ ਕਾਹਨੂੰ ਹੁੰਦੀ ਹੈ? ਸ੍ਰਿਸ਼ਟੀ ਨੂੰ ਦੇਖ ਕੇ, ਜੋ ਰਚਨਾ ਰਚੀ ਗਈ ਹੈ ਉਹਨੂੰ ਦੇਖ ਕੇ। ਇਹੀ ਤੇ ਇਹਦੀ ਪਰਖ ਹੈ ਇੱਥੇ। ਤਾਂ ਹੀ ਪਾਤਸ਼ਾਹ ਨੇ ਲਿਖਿਆ ਸੀ ਕਿ ਨਾਨਕ ਪਰਖ ਹੈ ਆਪ ਕੋ। ਤੂੰ ਆਪਣੀ ਸਵੈਮ ਪਰਖ ਆਪ ਕਰਨੀ, ਤੇਰੀ ਪਰਖ ਕਿਸੇ ਨੇ ਨਹੀਂ ਕਰਨੀ। ਕਿਸੇ ਨੂੰ ਕੀ ਲੋੜ ਹੈ ਤੇਰੀ ਪਰਖ ਕਰਨ ਦੀ? ਇਹ ਤਾਂ ਤੂੰ ਸਵੈਮ ਆਪ ਕਰ। ਸੋਈ ਪੁਰਖ ਸੁਜਾਨ, ਉਹ ਸੁਜਾਨ ਪੁਰਖ ਹੋਊਗਾ ਜਿਹੜਾ ਆਪਣੇ ਆਪ ਨੂੰ ਪਰਖ ਲੂ ਕਿ ਮੈਂ ਹੈ ਕੌਣ।
ਹੇ ਮੇਰੇ ਮਨਾ ਤੇਰਾ ਸੁਭਾਅ ਹੁਣ ਮਾਇਆ ਨੂੰ ਪਰਖਣ ਦਾ ਜਾਂ ਕਿਸੇ ਨੂੰ ਪਰਖਦਾ, ਆਪਨੜੇ ਗਿਰੀਬਾਨ ਮੈਂ। ਸੋ ਨਾਨਕ ਲਿਖਿਆ ਨਾਲ, ਨਾਨਕ ਜੀ ਕਹਿੰਦੇ ਤੁਹਾਡੇ ਨਾਲ ਹੀ ਲਿਖਿਆ ਹੋਇਆ, ਬਸ ਉਸ ਤੁਸੀਂ ਲਿਖੇ ਨੂੰ ਵਿਚਾਰੋ ਤਾਂ ਸਹੀ, ਉਹਨੂੰ ਪੜ੍ਹੋ ਤਾਂ ਸਹੀ। ਤੇ ਜੇ ਹੁਣ ਸਵਾਲ ਇਹ ਹੋ ਜਾਂਦਾ ਵੀ ਫਿਰ ਲਿਖੇ ਦਾ ਕਿਵੇਂ ਪਤਾ ਲੱਗੂ ਵੀ ਸਾਡੇ ਨਾਲ ਹੀ ਲਿਖਿਆ, ਕਿਵੇਂ ਪਤਾ ਲੱਗਦਾ ਵੀ ਜੋ ਅਸੀਂ ਚੰਗਾ ਕਰਦੇ ਹਾਂ ਉਹੀ ਫਿਰ ਰੱਬ ਦਾ ਲਿਖਿਆ, ਫਿਰ ਜਿਹੜਾ ਮਾੜਾ ਕਰਦੇ ਉਹ ਵੀ ਤਾਂ ਰੱਬ ਦਾ ਹੀ ਲਿਖਿਆ। ਇਹ ਹੈਗੀ ਹੁਜਤ। ਜੇ ਤਾਂ ਅਸੀਂ ਇਸ ਐਂਗਲ ਤੋਂ ਲਈਏ ਵੀ ਸੱਚੇ ਪਾਤਸ਼ਾਹ ਸਾਨੂੰ ਸੋਝੀ ਬਖਸ਼, ਫਿਰ ਹੈ ਬੇਨਤੀ, ਫਿਰ ਗੁਰਬਾਣੀ ਤੋਂ ਸੋਝੀ ਆਉਂਦੀ ਹੈ। ਜਾਂ ਜਿਨ੍ਹਾਂ ਨੇ ਉਸ ਹੁਕਮ ਨੂੰ ਬੁੱਝਿਆ ਹੋ ਜਾਂਦਾ ਪਰਮੇਸ਼ਰ ਫਿਰ ਉਹਨਾਂ ਨੂੰ ਵੀ ਮਿਲਾ ਦਿੰਦਾ ਹੈ। ਕੋਈ ਜਨ ਹਾਰਸਿਓ ਦੇਵੈ ਜੋਰ, ਫਿਰ ਕੋਈ ਐਸਾ ਪੁਰਖ ਵੀ ਮਿਲ ਜਾਂਦਾ ਜਿਹਨੇ ਉਸ ਹੁਕਮ ਨੂੰ ਬੁੱਝਿਆ ਹੁੰਦਾ। ਮਿਲੀ ਸੀ ਗੁਰੂ ਨਾਨਕ ਸਾਹਿਬ ਨੂੰ, ਦੂਜੇ ਪਾਤਸ਼ਾਹ ਮਿਲੇ ਆ, ਦੂਜੇ ਨੂੰ ਤੀਜੇ ਮਿਲੇ ਆ, ਮਿਲਦੇ ਰਹਿੰਦੇ ਆ ਔਰ ਮਿਲਦੇ ਰਹਿਣਗੇ। ਕਹਾਂ ਉਹਨਾਂ ਮਿਲਿਆਂ ਤੋਂ ਉਪਦੇਸ਼ ਨੂੰ ਪ੍ਰਾਪਤ ਕਰਕੇ ਆਪ ਸਵੈਮ ਮੰਨ ਲੈਣਾ ਤਾਂ ਸ੍ਰੇਸ਼ਟਤਾ ਹੀ ਹੈ। ਸੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਪਾਤਸ਼ਾਹ ਕਹਿੰਦੇ ਤੁਹਾਡੇ ਨਾਲ ਹੀ ਲਿਖਿਆ ਹੋਇਆ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹ ਤਾਂ ਸਦਾ ਹੀ ਨਾਲ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਉਹ ਤਾਂ ਦੇਹੀ ਦੇ ਅੰਦਰ ਹੈ, ਉਹ ਤਾਂ ਪ੍ਰਾਤਮਾ ਦੇ ਕੋਲ ਪਿਆ। ਜਿਹੜਾ ਸਾਡੇ ਅੰਦਰੋਂ ਨਿਰਪੱਖਤਾ ਦਾ ਫੁਰਨਾ ਉੱਠਦਾ, ਨਿਰਵੈਰਤਾ ਦਾ ਫੁਰਨਾ ਉੱਠਦਾ, ਨਿਰਭੈਤਾ ਦਾ ਫੁਰਨਾ ਉੱਠਦਾ, ਕਾਲ ਤੋਂ ਮਾਇਆ ਦੀ ਭੁੱਖ ਤੋਂ ਬਿਨਾਂ ਫੁਰਨਾ ਉੱਠਦਾ, ਉਹੀ ਤਾਂ ਨਾਮ ਹੈ। ਸੋਈ ਨਾਮ ਅਛਲ ਗੁਰ ਅਮਰਦਾਸ ਕੋ ਫੁਰਿਓ, ਉਹੀ ਤਾਂ ਅਛਲ ਹੈ, ਉਹਦੇ ਨਾਲ ਕੋਈ ਛਲ ਨਹੀਂ ਹੋ ਸਕਦਾ। ਉਹੀ ਨਾਮ ਹੈ, ਉਹੀ ਹੁਕਮ ਹੈ, ਉਹੀ ਫਰਮਾਨ ਹੈ, ਉਹੀ ਸ਼ਬਦ ਗੁਰੂ ਹੈ, ਉਹੀ ਬਾਣੀ ਹੈ। ਉਹਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਆਏ ਹੋਏ ਹਾਂ। ਉਹ ਪ੍ਰਾਪਤ ਹੋਊਗੀ ਤਾਂ ਜੇ ਹੇ ਮੇਰੇ ਮਨਾ ਤੂੰ ਉਹਦੀ ਭੁੱਖ ਰੱਖੇਗਾ, ਜੇ ਮੇਰੇ ਮਨਾ ਤੂੰ ਉਸ ਰਜਾ ਨੂੰ ਮੰਨੇਗਾ, ਆਪਣਾ ਭਾਣਾ ਛੱਡੇਗਾ, ਆਪਣੀਆਂ ਇੱਛਾ ਤਿਆਗੇਗਾ। ਤਿਆਗੈ ਮਨ ਕੀ ਮੱਤੜੀ ਵਿਸਾਰੈ ਦੂਜਾ ਭਾਹੋ ਜੀਓ। ਮਨ ਦੀ ਮਤ ਛੱਡਣੀ ਪੈਂਦੀ ਹੈ, ਪਰ ਹੁਣ ਮਨ ਦੀ ਮਤ ਛੱਡਣੀ ਵੀ ਕੋਈ ਸੌਖੀ ਗੱਲ ਨਹੀਂ ਹੈ। ਪ੍ਰਥਮੇ ਤਿਆਗੈ ਹਉਮੈ ਪ੍ਰੀਤ, ਦੁਤੀਏ ਤਿਆਗੈ ਲੋਗਾ ਰੀਤ। ਜੋ ਸੰਸਾਰ 'ਚ ਰੀਤਾਂ ਬਣੀਆਂ ਹੋਈਆਂ ਨੇ, ਮਰਜ਼ਾਦਾਵਾਂ ਬਣੀਆਂ ਹੋਈਆਂ ਨੇ, ਹੇ ਮੇਰੇ ਮਨ ਉਹ ਛੱਡਣੀਆਂ ਪੈਣਗੀਆਂ। ਮਰਜ਼ਾਦਾ ਛੱਡ ਕੇ ਰਹਿਤ ਵਿੱਚ ਆਉਣਾ ਪਊਗਾ, ਪਰ ਹੈ ਬਹੁਤ ਔਖਾ। ਕਹਿਣਾ ਸੌਖਾ, ਮੰਨਣਾ ਔਖਾ। ਆਖਣ ਔਖਾ, ਸੱਚਾ ਨਾਮ ਬਹੁਤ ਔਖਾ ਹੈ। ਐਡੀ ਸੌਖੀ ਗੱਲ ਨਹੀਂ ਹੈ। ਪੂਰੇ ਸੰਸਾਰ ਨਾਲ ਟੱਕਰ ਲੈਣੀ ਪੈਂਦੀ ਹੈ। ਸੰਸਾਰ ਇੱਕ ਪਾਸੇ ਪੂਰੇ ਦਾ ਪੂਰਾ ਵਿਰੋਧੀ ਬਣ ਕੇ ਖੜ ਜਾਂਦਾ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਨਹੀਂ ਆਉਂਦਾ ਹੈਗਾ। ਸੋ ਅੰਗ 100 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਸੋ ਪਾਤਸ਼ਾਹ ਕਹਿੰਦੇ ਉਹ ਹੈ ਪਾਤਸ਼ਾਹ। ਪਾਤਸ਼ਾਹ ਕੌਣ ਹੈ? ਹੁਕਮ। ਸਾਹਾ ਪਾਤ ਸਾਹਿਬ, ਉਹ ਸਾਰਿਆਂ ਨਾਲੋਂ ਸ੍ਰੇਸ਼ਟ ਹੈ। ਨਾਨਕ ਰਹਿਣ ਰਜਾਈ, ਨਾਨਕ ਜੀ ਕਹਿੰਦੇ ਮੈਂ ਤਾਂ ਉਹਦੀ ਰਜਾ ਵਿੱਚ ਰਹਿਣਾ। ਜਿਹੜਾ ਪਰਮੇਸ਼ਰ ਦਾ ਹੁਕਮ ਹੈ, ਸ਼ਬਦ ਗੁਰੂ ਹੈ, ਮੈਂ ਉਸ ਦੀ ਰਜਾ ਦੇ ਵਿੱਚ ਹਾਂ। ਜਿਵੇਂ ਹੁਕਮ ਚਲਾ ਰਿਹਾ ਪਾਤਸ਼ਾਹ ਕਹਿੰਦੇ ਅਸੀਂ ਉਸੇ ਤਰ੍ਹਾਂ ਚੱਲ ਰਹੇ ਹਾਂ। ਸਿਫਤ ਸਲਾਹਣ ਤੇਰਾ ਹੁਕਮ ਰਜਾਈ। ਉਹਦੀ ਜਿਹੜੀ ਸਿਫਤ ਕੀ ਹੈ ਹੁਕਮ ਦੀ, ਕਿ ਉਹਦੇ ਅਨੁਸਾਰ ਹੋ ਕੇ ਚੱਲਣਾ, ਹੁਕਮ ਨੂੰ ਮੰਨਣਾ ਉਹਦੀ ਸਿਫਤ ਹੈ। ਹੋਰ ਕੋਈ ਤਰੀਕਾ ਨਹੀਂ ਹੈ ਗੁਰਮਤਿ ਦੇ ਅੰਦਰ ਹੁਕਮ ਨੂੰ ਮੰਨਣ ਦਾ। ਅੰਗ 27 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣਾ। ਕਹਿੰਦੇ ਹੁਣ
ਪੂਰਬ ਲਿਖਿਆ ਕਮਾਵਣਾ, ਜਿਹੜਾ ਕੁਛ ਤੂੰ ਸੱਚਖੰਡ ਦੇ ਅੰਦਰ ਲਿਖਿਆ ਸੀਗਾ ਆਉਣ ਵੇਲੇ, ਕਿਉਂਕਿ ਉਹੀ ਸਾਡਾ ਪੂਰਬ ਹੈ। ਜਦੋਂ ਤੋਂ ਸਾਡੀ ਜੋਤ ਭਵਸਾਗਰ ਚ ਆਉਣੀ ਸ਼ੁਰੂ ਹੋਈ, ਉਹੀ ਸਾਡਾ ਆਦ ਹੈ, ਉਹੀ ਸਾਡਾ ਪੂਰਬ ਹੈ। ਆਦ ਸੱਚ, ਉੱਥੇ ਤਾਂ ਇਹਨੇ ਲਿਖਿਆ ਸੀ ਵੀ ਤੂੰ ਸੱਚ ਸਰੂਪ ਹੈ, ਪਰ ਤੂੰ ਮਾਇਆ ਦੀ ਇੱਛਾ ਕਿਉਂ ਕਰ ਬੈਠਿਆ? ਤੂੰ ਰਾਜਾ ਹੈ, ਤੂੰ ਮਾਇਆ ਦੀ ਇੱਛਾ ਕਿਉਂ ਕਰ ਬੈਠਿਆ? ਉਸ ਮਾਇਆ ਦੀ ਇੱਛਾ ਕਰਨ ਦੇ ਨਾਲ ਹੀ ਤੈਨੂੰ ਨੀਂਦ ਆ ਗਈ। ਸਿਆਮ ਸੁੰਦਰ ਤਜ ਨੀਂਦ ਕਿਉਂ ਆਈ? ਸੁੰਦਰ ਨੂੰ ਛੱਡ ਕੇ ਤੂੰ ਸਿਆਮ ਹੋ ਗਿਆ, ਕਾਲਾ ਹੋ ਗਿਆ, ਅਗਿਆਨਤਾ ਪੈ ਗਈ, ਕਾਲਸ ਪੈਦਾ ਹੋ ਗਈ। ਛੱਡਿਆ ਕਿਹਨੇ? ਸੁੰਦਰ ਸਰੂਪ ਨੂੰ। ਆਪਣਾ ਹੀ ਸੁੰਦਰ ਸਰੂਪ ਹੈ ਤੇਰਾ, ਤੇਰੇ ਆਪ ਦੇ ਅੰਦਰੋਂ ਹੀ ਮਾਇਆ ਦੀ ਇੱਛਾ ਪੈਦਾ ਤੂੰ ਕਰ ਲਈ। ਜਿੰਨੇ ਹਿੱਸੇ ਵਿੱਚ ਮਾਇਆ ਦੀ ਇੱਛਾ ਹੈ, ਉਨਾ ਹਿੱਸਾ ਕਾਲਾ ਹੈ। ਹੁਣ ਉਹਨੂੰ ਸ਼ੁੱਧ ਕਰਨ ਵਾਸਤੇ ਤੈਨੂੰ ਇੱਛਾ ਸ਼ੁੱਧ ਕਰਨੀ ਪਊਗੀ। ਜਿੰਨੀ ਤੇਰੀ ਸਵੈਮ ਦੀ ਇੱਛਾ ਸ਼ੁੱਧ ਹੋਊਗੀ, ਤੇਰੀ ਸੁਰਤ ਸਾਫ਼ ਹੋਊਗੀ, ਤੇਰਾ ਮਨ ਸ਼ੁੱਧ ਹੋਊਗਾ, ਉਹਨਾਂ ਪਰਮ ਚੱਕਿਆ ਜਾਣਾ, ਤੂੰ ਸਵੇਤ ਹੋ ਜਾਣਾ, ਸ਼ੁੱਧ ਹੋ ਜਾਣਾ। ਹੋਣਾ ਤਾਂ ਹੀ ਹੈ ਮਨਾ, ਕਿਸੇ ਨੇ ਨਹੀਂ ਹੋਣਾ, ਨਾ ਕੋਈ ਕਰ ਸਕਦਾ। ਦੂਜਾ ਸਿਰਫ ਤੈਨੂੰ ਉਪਦੇਸ਼ ਦੇ ਸਕਦਾ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਤੂੰ ਸੁਣ ਲਿਆ, ਹੁਣ ਸੁਣ ਕੇ ਉਹਨੂੰ ਮੰਨਣਾ ਵੀ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਉਸ ਮੰਨੇ ਹੋਏ ਦੇ ਉੱਪਰ ਵੀ ਚੱਲਣਾ। ਫਿਰ ਅੰਤਰਗਤ ਹੈ, ਉਨਾ ਚਿਰ ਨਹੀਂ ਹੈ। ਸੋ ਪੂਰਵ ਲਿਖਿਆ ਕਮਾਵਣਾ ਕੰਟੀਨਿਊ ਟੈਂਸ ਹੈ ਕਿ ਉਸ ਵੇਲੇ ਤੋਂ ਕਮਾਉਂਦਾ ਹੀ ਆਇਆ, ਹੁਣ ਵੀ ਉਹੀ ਹੁਕਮ ਕਮਾਉਣਾ। ਜਿਵੇਂ ਪਿਛਲੀਆਂ ਜੂਨਾਂ ਦੇ ਵਿੱਚ ਹੁਕਮ 'ਚ ਚੱਲ ਰਿਹਾ ਸੀ, ਹੇ ਮੇਰੇ ਮਨਾ, ਹੁਣ ਵੀ ਤੈਨੂੰ ਉਸੇ ਹੁਕਮ ਅਨੁਸਾਰ ਚੱਲਣਾ ਪਊਗਾ। ਪਰ ਹੁਣ ਤੂੰ ਚੱਲਦਾ ਨਹੀਂ। ਹੁਣ ਤੂੰ ਸੋਚ, ਤੇਰੇ ਕੋਲ ਬੁੱਧ ਆਪਣੀ ਹੋ ਗਈ। ਤੂੰ ਕਹਿੰਦਾ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਆਹ ਕਿਉਂ ਹੋ ਗਿਆ, ਆਹ ਤਾਂ ਪਾਪ ਹੋ ਗਿਆ, ਆਹ ਮਾੜਾ ਹੋ ਗਿਆ, ਆਹ ਚੰਗਾ ਨਹੀਂ ਕੀਤਾ। ਇਸੇ ਗੱਲ ਦੀ ਤਾਂ ਤੂੰ ਸੋਝੀ ਲੈਣੀ ਸੀ ਵੀ ਚੰਗਾ ਹੈ ਕੀ, ਮਾੜਾ ਹੈ ਕੀ, ਪਾਪ ਕੀ ਹੈ, ਪੁੰਨ ਕੀ ਹੈ, ਜਸ ਕੀ ਹੈ, ਅਪਜਸ ਕੀ ਹੈ, ਲਾਭ ਕੀ ਹੈ, ਹਾਨੀ ਕੀ ਹੈ। ਇਹੀ ਚੀਜ਼ ਦੀ ਤਾਂ ਸੋਝੀ ਤੈਨੂੰ ਗੁਰਬਾਣੀ ਤੋਂ ਤੂੰ ਪ੍ਰਾਪਤ ਕਰਨੀ ਸੀ। ਹੇ ਮੇਰੇ ਮਨਾ, ਤੂੰ ਇਸ ਸੋਝੀ ਨੂੰ ਪ੍ਰਾਪਤ ਕਰਨ ਦੀ ਬਜਾਏ ਤੂੰ ਤਾਂ ਗੁਰਬਾਣੀ ਬਾਰ-ਬਾਰ ਪੜ੍ਹਨ ਲੱਗ ਗਿਆ ਕਿ ਸ਼ਾਇਦ ਗੁਰਬਾਣੀ ਪੜ੍ਹਨਾ ਹੀ ਸਭ ਕੁਛ ਹੈ। ਇਹ ਨਹੀਂ ਇਸ ਤਰ੍ਹਾਂ ਮਨਾ, ਗੁਰਬਾਣੀ ਅਨੁਸਾਰ ਚੱਲਣਾ ਸਭ ਕੁਛ ਹੈ। ਗੁਰਬਾਣੀ ਤੋਂ ਪੜ੍ਹਨਾ, ਚੱਲਣਾ ਸਵੈਮ ਹੈ। ਕੋਈ ਨਾ ਮਿਟਣ ਹਰ, ਕਹਿੰਦੇ ਜਿਹੜਾ ਕੁਛ ਤੂੰ ਇਹ ਲਿਖ ਕੇ ਲਿਆ, ਇਹਨੂੰ ਕੋਈ ਮਿਟੇ ਨਹੀਂ ਸਕਦਾ। ਲੇਖ ਨਾ ਮਿਟੀ ਹੀ ਹੈ ਸਕੀ ਜੋ ਲਿਖਿਆ ਕਰਤਾਰ। ਜਿਹੜਾ ਤੇਰੇ ਹਿਰਦੇ ਵਿੱਚ ਬੈਠਾ ਕਰਤਾਰ ਹੈ, ਉਹਨੇ ਜੋ ਕੁਛ ਉੱਥੇ ਲਿਖਿਆ ਸੀ ਉਹ ਮਿਟਣਾ ਨਹੀਂ ਹੈ, ਕਿਉਂਕਿ ਤੂੰ ਆਪ ਸਵੈਮ ਲਿਖਿਆ ਹੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਇਹ ਤੂੰ ਕਾਲਾ ਲਿਖ ਕਿਉਂ ਲਿਖਿਆ? ਜੇ ਤੂੰ ਆਪਣੇ ਆਪ ਨੂੰ ਸਿਆਣਾ ਕਹਿਣਾ ਹੈ, ਜੇ ਇੱਥੇ ਪਾਤਸ਼ਾਹ ਨੇ ਅਟੈਕ ਕੀਤਾ ਕਿ ਜਿਹੜੇ ਇੱਥੇ ਧਾਰਮਿਕ ਗੁਰੂ ਕਹਾਉਂਦੇ ਸੀ, ਵੀ ਜੇ ਤੁਸੀਂ ਗੁਰੂ ਕਹਾਉਂਦੇ ਤਾਂ ਮਤਲਬ ਫਿਰ ਤੁਸੀਂ ਲਿਖ ਕਿਉਂ ਮਾੜਾ ਲਿਖ ਕੇ ਲਿਆਏ ਵੀ? ਤੁਸੀਂ ਫਿਰ ਇੱਥੇ ਕਿਵੇਂ ਆ ਗਏ? ਗੁਰੂ ਤਾਂ ਮਾਇਆ 'ਚ ਨਹੀਂ ਆਉਂਦਾ, ਤੁਸੀਂ ਕਿਵੇਂ ਆ ਗਏ? ਬਿਨਾਂ ਅਪਰਾਧ ਤੋਂ ਜੇਲ੍ਹ 'ਚ ਕਿਵੇਂ ਚਲੇ ਗਏ? ਬਿਨਾਂ ਬਿਮਾਰੀ ਤੋਂ ਡਾਕਟਰੀ ਦੇ ਇਲਾਜ ਕਰਾਉਣ ਕਿਵੇਂ ਚਲੇ ਗਏ? ਆਵੇ ਝੂਠੇ, ਜਾਏ ਪੇ ਝੂਠੇ। ਆਉਂਦੇ ਝੂਠੇ ਹੀ ਨੇ ਤੇ ਜਾਂਦੇ ਵੀ ਝੂਠੇ ਹੀ ਨੇ। ਪਰ ਜਿਹਨੂੰ ਸੋਝੀ ਆ ਜਾਂਦੀ ਹੈ ਵੀ ਮੈਂ ਤਾਂ ਝੂਠਾ, ਮੈਂ ਤਾਂ ਝੂਠਾ, ਉਹ ਸਚਿਆਰਾ ਵੀ ਹੋ ਜਾਂਦਾ ਹੈ। ਮੈਂ ਤਾਂ ਕੂੜਿਆਰਾ ਸੀ, ਤਾਂ ਸੋਝੀ ਆਉਂਦੀ ਹੈ ਵੀ ਮੈਂ ਤਾਂ ਸਚਿਆਰਾ ਬਣਨ ਵਾਸਤੇ ਆਇਆ, ਮੈਂ ਤਾਂ ਲਾਹਾ ਲੈਣ ਵਾਸਤੇ ਆਇਆ। ਮੈਂ ਆਪਣੀ ਜ਼ਿੰਦਗੀ ਭਰਮ 'ਚ ਕਿਉਂ ਬਤੀਤ ਕਰਦਾ? ਮੈਨੂੰ ਕਿਸੇ ਤੱਕ ਕੋਈ ਮਤਲਬ ਨਹੀਂ। ਲੋਕਾਂ ਆਪੋ ਆਪਣੀ ਪਈ, ਲੋਕਾਂ ਨੂੰ ਆਪਣੀ ਆਪਣੀ, ਮੈਨੂੰ ਆਪਣੀ ਪਈ। ਮੈਂ ਆਪਣੇ ਅੰਦਰ ਝਾਤੀ ਮਾਰਨੀ ਆ ਕਿ ਮੇਰਾ ਜੀਵਨ ਕਿੱਥੇ ਖੜਾ। ਕਿਸੇ ਦਾ ਜੀਵਨ ਉਹਦੇ ਨਾਲ ਸੰਬੰਧਿਤ ਹੈ। ਕੋਈ ਨਾ ਮਿਟਣਹਾਰ ਹੈ ਮੇਰੇ ਮਨਾਂ ਵਿਚਾਲੇ ਕੋਈ ਨਹੀਂ, ਤਾਂ ਸਵੈਮ ਤੈਨੂੰ ਆਪ ਉਹ ਭਰਮ ਦੀ ਲਕੀਰ ਮਿਟਾਉਣੀ ਪੈਣੀ ਆ। ਜਿਹੜੀ ਤੂੰ ਕੂੜ ਦੀ ਪਾਲ ਖੜੀ ਕਰੀ ਆ ਨਾ ਵਿਚਾਲੇ, ਇਹਨੂੰ ਤੈਨੂੰ ਆਪ ਮਿਟਾਉਣਾ ਪੈਣਾ। ਫਿਰ ਤੂੰ ਸਚਿਆਰਾ ਹੀ ਹੈ, ਉਹਨਾਂ ਚਿਰ ਨਹੀਂ ਹੈ। ਅੰਗ 713 ਉੱਪਰ ਵੀ ਪਾਤਸ਼ਾਹ ਕਹਿੰਦੇ ਲੇਖਾ ਛੋੜ ਅਲੇਖੈ ਛੁੱਟੈ। ਆ ਦੇਖੇ ਮੇਰੇ ਮਨਾ ਕੀ ਲਿਖਿਆ, ਲੇਖਾ ਛੋੜ। ਤੂੰ ਤਾਂ ਲੇਖਾ ਲਿਖਦਾ ਇੱਥੇ,
ਤੂੰ ਤਾਂ ਆਪਣੀ ਸੋਚ ਰੱਖਣੀ ਚਾਹੁੰਦਾ ਇਸ ਮਿਰਤ ਲੋਕ ਦੇ ਅੰਦਰ ਵੀ ਮੇਰਾ ਆ ਵੀ ਹੈ, ਮੇਰਾ ਉਹ ਵੀ ਹੈ। ਆਮ ਦੁਨੀਆਦਾਰ ਵਿਅਕਤੀ ਤਾਂ ਚਲੋ ਰੱਖੇ, ਕੋਈ ਵੱਡੀ ਗੱਲ ਨਹੀਂ ਹੈ, ਪਰ ਧਾਰਮਿਕ ਲੋਕ ਵੀ ਇੱਥੇ ਆਪਣੀ ਪਕੜ ਰੱਖਦੇ। ਉਂਝ ਜ਼ਰੂਰ ਕਹਿੰਦੇ ਆ ਸਾਡਾ ਧਰਤੀ ਤੇ ਨਾਂ ਨਹੀਂ ਹੋਣਾ ਚਾਹੀਦਾ, ਪਰ ਧਰਤੀ ਤੇ ਨਾਂ ਰੱਖਣ ਲਈ ਤਰੀਕਾ ਕੋਈ ਨਾ ਕੋਈ ਜ਼ਰੂਰ ਅਪਣਾ ਕੇ ਜਾਂਦੇ, ਪਰ ਗੁਰਮੁਖ ਨਹੀਂ ਅਪਣਾਉਂਦਾ। ਪਰ ਗੁਰਮੁਖ ਆਪਣੇ ਤੇ ਗੱਲ ਲੈਂਦਾ ਹੀ ਨਹੀਂ ਹੈ। ਲੇਖਾ ਛੋੜ, ਜਿੰਨਾ ਵੀ ਮਾਇਆ ਦਾ ਲੇਖਾ ਲਿਖਦਾ, ਬੁਣਤੀਆਂ ਬੁਣਦਾ ਮਨਾ ਛੱਡ ਦੇ। ਅਲੇਖ ਹੈ, ਝੂਠ ਹੈ, ਅਲੇਖੇ ਹੋਣਾ ਪੈਣਾ। ਪਰਮੇਸ਼ਰ ਅਲੇਖੇ 'ਚ ਨਹੀਂ ਹੈ, ਤੈਨੂੰ ਵੀ ਪਰਮੇਸ਼ਰੀ ਬਣਨਾ ਪਊਗਾ। ਆਤਮ ਚੀਨ ਪ੍ਰਾਤਮ ਸੋਈ, ਤੂੰ ਆਪਣੇ ਆਪ ਨੂੰ ਖੋਜਦਾ ਸੀ, ਤੂੰ ਹੀ ਪਰਮਾਤਮਾ ਹੈ। ਹਮ ਨਿਰਗੁਣ ਲਿਹੋ ਅਵਾਰੀ, ਹਮ ਨਿਰਗੁਣ ਹਾਂ, ਸਾਡੇ 'ਚ ਕੋਈ ਗੁਣ ਨਹੀਂ ਆ। ਇਹ ਗੱਲ ਮੰਨਣੀ ਪਊਗੀ ਤਾਂ ਉਵਾਰਨਾ ਹੋ ਸਕਦਾ ਕਿ ਆਪਣੇ ਕੋਲ ਤਾਂ ਕੋਈ ਐਸਾ ਗੁਣ ਹੀ ਨਹੀਂ ਹੈ ਕਿ ਅਸੀਂ ਭਾਣੇ ਦਾ ਵਿਰੋਧ ਕਰ ਸਕੀਏ। ਸਾਡੇ 'ਚ ਤਾਂ ਕੋਈ ਐਸੀ ਸਮਰੱਥਾ ਹੀ ਨਹੀਂ ਕਿ ਅਸੀਂ ਹੁਕਮ ਬਾਰੇ ਕੁਝ ਬੋਲੀਏ। ਜਦੋਂ ਹੇ ਮੇਰੇ ਮਨਾ ਤੈਨੂੰ ਇਹਦੀ ਸੋਝੀ ਆਊਗੀ, ਫੇਰ ਤੇਰਾ ਜੀਵਨ ਨਿਕਲਣਾ। ਸੋ ਰਜਾਈ ਹੈ ਹੁਕਮ ਸੱਚਖੰਡ। ਸੋ ਜੀਵ ਨੇ ਆਪਣੇ ਮੂਲ ਦੀ ਰਜਾ ਵਿੱਚ ਚੱਲਣਾ ਹੈ। ਹੇ ਮੇਰੇ ਮਨਾ ਤੈਨੂੰ ਆਪਣੇ ਮੂਲ ਦੇ ਅਨੁਸਾਰ ਹੀ ਹੋ ਕੇ ਚੱਲਣਾ ਪਵੇਗਾ। ਇਹੀ ਕੁਝ ਇਸ ਨੇ ਲਿਖਿਆ ਸੀ, ਇਹੀ ਕੁਝ ਉੱਥੇ ਲਿਖ ਕੇ ਆਏ ਸੀ ਕਿ ਹੁਕਮ ਵਿੱਚ ਹੀ ਚੱਲਾਂਗੇ। ਪਰ ਜਦੋਂ ਸੋਚਣ ਲੱਗ ਪਿਆ ਤਾਂ ਲਿਖਿਆ ਭੁੱਲ ਗਿਆ। ਜਦੋਂ ਅਸੀਂ ਸੋਚਦੇ ਹਾਂ ਕੁਝ, ਫਿਰ ਸਮਝਦੇ ਨਹੀਂ। ਸਗੋਂ ਆਪਣੀ ਸੋਚ, ਆਪਣੀ ਅਕਲ, ਆਪਣੀ ਸਿਆਣਪ ਬਾਰੇ ਲਿਖਣ ਲੱਗ ਗਿਆ। ਪੂਰਬ ਲਿਖਿਆ ਕਮਾਵਣਾ, ਜੋ ਹੁਣ ਸਰੀਰ ਧਾਰ ਕੇ ਲਿਖ ਰਿਹਾ ਸੋ ਕਮਾ ਰਿਹਾ। ਜੋ ਪਿੱਛੇ ਲਿਖ ਕੇ ਆਇਆ ਸੀ ਉਹ ਕਮਾ ਰਿਹਾ। ਹੁਣ ਉਸੇ ਦੀ ਪਹਿਰਾ ਦੇ ਲਿਆ। ਇਹ ਨਹੀਂ ਦੇਖ ਰਿਹਾ ਵੀ ਮੈਂ ਜਿਹੜਾ ਪਿੱਛੇ ਲਿਖ ਕੇ ਆਇਆ ਸੀ ਉਹ ਮਟੇ ਕੇ ਜਾਣਾ, ਮਟੇਣ ਵਾਸਤੇ ਆਇਆ ਸੀ। ਜਿਹੜੀ ਗਲਤੀ ਉੱਥੇ ਕੀਤੀ ਸੀ ਉਹ ਮਟੇ ਕੇ ਜਾਣੀ। ਉਹ ਮਟੇਣ ਦੀ ਬਜਾਏ ਉਹ ਛੱਡਤੀ, ਨਵਾਂ ਲੇਖਾ ਸ਼ੁਰੂ ਕਰ ਲਿਆ। ਪੂਰਬ ਲਿਖਿਆ ਕਮਾਵਣਾ, ਜੋ ਹੁਣ ਸਰੀਰ ਧਾਰ ਕੇ ਲਿਖ ਰਿਹਾ ਸੋ ਕਮਾ ਰਿਹਾ। ਲਿਖਦਾ ਕੀ ਹੈ ਇਹ ਵੀ ਪਾਤਸ਼ਾਹ ਨੇ ਦੱਸਿਆ ਹੋਇਆ। ਕਹਿੰਦੇ ਮਾਇਆ ਬਾਰੇ ਸੋਚ ਹੈ ਤੇ ਕਮਾਈ ਕੀ ਹੈ, ਚਿੰਤਾ। ਜੋ ਲਿਖ ਰਿਹਾ ਹੈ ਉਹਦੇ ਚੋਂ ਪ੍ਰਾਪਤੀ ਕੀ ਹੋ ਰਹੀ ਹੈ, ਚਿੰਤਾ, ਤ੍ਰਿਸ਼ਨਾ, ਅਗਿਆਨਤਾ, ਮੈਲ। ਕੋਈ ਨਾ ਮਿਟਣਹਾਰ, ਪਾਤਸ਼ਾਹ ਕਹਿੰਦੇ ਹੋਰ ਕੋਈ ਮਿਟਾ ਨਹੀਂ ਸਕਦਾ। ਸਮਝਾ ਸਕਦਾ, ਉਪਦੇਸ਼ ਦੇ ਸਕਦਾ, ਗੁਰਬਾਣੀ ਸਮਝਾ ਹੀ ਰਹੀ ਹੈ। ਹੁਣ ਸਮਝਣਾ ਹੈ ਤੈ ਮਨਾ। ਇਹ ਤਾਂ ਹੁਣ ਤੇਰੇ ਤੇ ਗੱਲ ਖੜੀ ਹੈ ਨਾ ਕਿ ਮਾਇਆ ਦਾ ਲੇਖਾ ਛੱਡ, ਸੋਚ ਛੱਡ, ਅਲੇਖੇ ਹੋ, ਭਾਵ ਕੇ ਪਾਣੇ ਵਿੱਚ ਆ। ਨਿਰਗੁਣ ਤੋਂ ਸਰਗੁਣ ਹੋ ਜਾ। ਜਦੋਂ ਤੂੰ ਮਾਇਆ ਦਾ ਲੇਖਾ ਛੱਡੇਂਗਾ, ਸੱਚ ਦੇ ਲੇਖੇ ਨੂੰ ਸਵੀਕਾਰ ਕਰੇਂਗਾ, ਤਾਂ ਤੇਰੇ ਵਿੱਚ ਸਾਰੇ ਗੁਣ ਆ ਜਾਣੇ। ਤੈਨੂੰ ਆਪਣੇ ਆਪ ਦਾ ਹੀ ਪਤਾ ਲੱਗ ਜਾਣਾ। ਪਰ ਜਿੰਨਾ ਚਿਰ ਤੂੰ ਸੱਚ ਦਾ ਲੇਖਾ ਨਹੀਂ ਲਿਖਦਾ, ਉਸ ਲੇਖੇ ਬਾਰੇ ਸੋਝੀ ਨਹੀਂ ਪ੍ਰਾਪਤ ਕਰਦਾ, ਉਨਾ ਚਿਰ ਫਿਰ ਕੂੜ ਦੀ ਜਿਹੜੀ ਪਾਲ ਆ, ਹੇ ਮੇਰੇ ਮਨਾ, ਬਰਾਬਰ ਖੜੀ ਰਹਿਣੀ ਹੈ। ਜਿੰਨਾ ਚਿਰ ਕੂੜ ਦੀ ਪਾਲ ਆ, ਉਨਾ ਚਿਰ ਫਿਰ ਹੁਕਮ ਨਹੀਂ ਦਿਸਣਾ। ਬੱਦਲ ਹੋਵੇ ਤਾਂ ਸੂਰਜ ਨਹੀਂ ਦਿਸਦਾ। ਸੋ ਇਹ ਤੇਰੇ ਤੇ ਹੈ। ਤੂੰ ਬੇਨਤੀ ਕਰ, ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰ, ਜਾਂ ਕੋਈ ਹਰਕਾ ਸੰਤ ਮਿਲੇ, ਕੋਈ ਹਰ ਜਨ ਹੋਵੇ ਜਿਹਦੇ ਅੰਦਰ ਇਹ ਪੂਰਨ ਸੋਝੀ ਹੋਵੇ, ਉਹਦੇ ਨਾਲ ਬੈਠ ਕੇ ਵਿਚਾਰ ਕਰ। ਹਰ ਵਿਚਾਰਾਂ ਦੇ ਵਿੱਚੋਂ ਆਪਣੇ ਤੇ ਇਸ ਉਪਦੇਸ਼ ਨੂੰ ਲਾਗੂ ਕਰ, ਤਾਂ ਤੇਰਾ ਭਵ ਸਾਗਰ ਦੇ ਵਿੱਚੋਂ ਖਹਿੜਾ ਸੁੱਟ ਸਕਦਾ। ਨਹੀਂ ਤਾਂ ਇਹ ਮੇਰੇ ਮਨਾ ਫਿਰ ਭਵ ਸਾਗਰ ਵਿੱਚ ਹੀ ਗੋਤੇ ਖਾਵੇਂਗਾ। ਸੋ ਇੱਥੋਂ ਤੱਕ ਕਿ ਅੱਜ ਦੀ ਜੋ ਵਿਚਾਰ ਸੀ ਗੁਰ ਕਿਰਪਾ ਦੁਆਰਾ ਕੀਤੀ ਗਈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।